ਧੰਨ ਵਾਹਿਗੁਰੂ ਜੀਓ। ਫਰੀਦਾ ਕੋਠੀ ਮੰਡਪ ਮਾੜੀਆਂ, ਏਤ ਨਾ ਲਾਏ ਚਿਤ। ਮਿੱਟੀ ਪਈ ਅਤੁਲਵੀ, ਕੋਇ ਨ ਹੋਸੀ ਮਿਤ। ਫਰੀਦਾ ਕੋਠੀ ਮੰਡਪ ਮਾੜੀਆਂ, ਏਤ ਨਾ ਲਾਏ ਚਿਤ। ਮਿੱਟੀ ਪਈ ਅਤੁਲਵੀ, ਕੋਇ ਨ ਹੋਸੀ ਮਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੀ ਪਾਵਨ ਚਰਨ ਸ਼ਰਨ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਅਦਬ ਸਤਿਕਾਰ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਅੰਮ੍ਰਿਤ ਸਰੂਪ ਪਾਵਨ ਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਸਤਿਗੁਰਾਂ ਦੇ ਦਰਬਾਰ ਵਿੱਚ ਸ਼ਾਮਾਂ ਵੇਲੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਨ ਦਾ ਯਤਨ ਕਰਦੇ ਹਾਂ। ਹੁਣ ਤੱਕ ਪਿਛਲੇਰੇ ਦੀਵਾਨਾਂ ਵਿੱਚ ਆਪਾਂ ਤਕਰੀਬਨ 56 ਸ਼ਲੋਕ ਜਿਹੜੇ ਹਨ ਉਹ ਵਿਚਾਰ ਲਏ ਹਨ। 56 ਨੰਬਰ ਸ਼ਲੋਕ ਦੇ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਫਰਮਾਇਆ ਹੈ ਕਿ ਮਨੁੱਖ ਦੀ ਜ਼ਿੰਦਗੀ, ਮਨੁੱਖ ਦੇ ਜੀਵਨ ਦਾ ਜਿਹੜਾ ਸਮਾਂ ਹੈ ਬੜਾ ਲਿਮਟਿਡ ਸਮਾਂ ਹੈ। ਇਹ ਕੋਈ ਸਦੀਆਂ ਵਿੱਚ ਫੈਲਿਆ ਹੋਇਆ ਸਮਾਂ ਨਹੀਂ, ਬਲਕਿ ਕੁਝ ਸਾਲਾਂ ਤੇ ਦਹਾਕਿਆਂ ਦੀ ਖੇਡ ਹੈ। ਇਸ ਨੂੰ ਉਹਨਾਂ ਨੇ ਜੋ ਤਸ਼ਬੀਹ ਦਿੱਤੀ ਹੈ, ਜੋ ਐਗਜ਼ਾਮਪਲ ਦਿੱਤੀ ਹੈ ਵੀ ਕੋਈ ਮਨੁੱਖ ਕਿਸੇ ਮਕਾਨ ਦੀ ਛੱਤ ਦੇ ਉੱਤੇ ਦੌੜ ਰਿਹਾ ਹੋਵੇ ਤੇ ਉਹ ਕਿੰਨਾ ਸਮਾਂ ਦੌੜ ਸਕਦਾ ਹੈ। ਉਸ ਦਾ ਏਰੀਆ ਜਿੰਨਾ ਕੁ ਹੈ। ਫਰੀਦਾ ਕੋਠੇ ਧੁੱਕਣ ਕੇਤੜਾ, ਫਿਰ ਨੀਂਦੜੀ ਨਿਵਾਰ। ਗੁਰਬਾਣੀ ਦੇ ਵਿੱਚ ਇੱਕ ਹੋਰ ਉਦਾਹਰਣ ਹੈ, ਭੀਤ ਊਪਰੇ ਕੇਤਕ ਧਾਈਐ ਅੰਤ ਓਰ ਕੋ ਆਹ। ਇਸ ਦਾ ਭਾਵ ਹੈ ਕੋਈ ਮਨੁੱਖ ਕੰਧ ਦੇ ਉੱਤੇ ਦੌੜ ਰਿਹਾ ਹੈ ਤੇ ਜੇ ਕੋਈ ਪੁੱਛੇ ਵੀ ਕਿੰਨੀ ਲੰਮੀ ਦੌੜ ਦੌੜੇਗਾ ਤੇ ਦੂਸਰਾ ਝੱਟ ਜਵਾਬ ਦੇਗਾ ਜਿੰਨੀ ਕੁ ਲੰਮੀ ਕੰਧ ਹੈ। ਸਾਡੇ ਸੰਸਾਰ ਦੇ ਅਜੂਬਿਆਂ ਦੇ ਵਿੱਚ ਚੀਨ ਦੀ ਦੀਵਾਰ ਸਭ ਤੋਂ ਲੰਮੇਰੀ ਮੰਨੀ ਗਈ ਹੈ, ਪਰ ਜੇ ਮਨੁੱਖ ਉਸ ਦੇ ਇੱਕ ਸਿਰੇ ਤੋਂ ਦੌੜਨਾ ਸ਼ੁਰੂ ਕਰੇ ਤਾਂ ਕਿੱਥੋਂ ਤੱਕ ਦੌੜ ਸਕਦਾ ਹੈ? ਜਿੰਨਾ ਕੁ ਉਸ ਦਾ ਵਾਇਆ ਹੈ, ਜਿੰਨਾ ਕੁ ਉਸ ਦਾ ਏਰੀਆ ਹੈ। ਕੋਈ ਸਾਲਾਂ ਬੱਧੀ ਉਹਦੇ ਉੱਤੇ ਦੌੜਿਆ ਨਹੀਂ ਜਾ ਸਕਦਾ। ਜਿੰਨੀ ਕੁ ਉਹਦੀ ਲੰਬਾਈ ਹੈ ਉੱਥੋਂ ਤੱਕ ਹੀ ਜਾਇਆ ਜਾ ਸਕਦਾ। ਭਾਵ ਇਹ ਹੈ ਕਿ ਮਨੁੱਖ ਜਿੰਨੀ ਕੁ ਪਾਇਆ ਹੈ ਸਾਡੇ ਸਰੀਰ ਦੀ, ਜਿੰਨਾ ਕੁ ਵਕਤ ਸਾਨੂੰ ਕੁਦਰਤ ਨੇ ਬਖਸ਼ਿਆ ਹੋਇਆ, ਕਾਦਰ ਨੇ ਦਿੱਤਾ ਹੋਇਆ, ਆਪਣੀ ਮਰਜ਼ੀ ਦੇ ਨਾਲ ਉਸ ਤੋਂ ਅਗੇਰੇ ਅਸੀਂ ਨਹੀਂ ਜਾ ਸਕਦੇ। ਇਸ ਸਾਰੀਆਂ ਉਦਾਹਰਨਾਂ ਦਾ ਭਾਵ ਇਹ ਹੈ ਕਿ ਸਾਡੇ ਕੋਲ ਬੜਾ ਲਿਮਟਿਡ ਜਿਹਾ, ਬੜਾ ਥੋੜਾ ਜਿਹਾ ਔਰ ਬੜਾ ਕੀਮਤੀ ਸਮਾਂ ਹੈ ਜੋ ਮਨੁੱਖਾ ਜੀਵਨ ਦਾ ਸਮਾਂ ਹੈ। ਪਰ ਮਨੁੱਖ ਇਸ ਨੂੰ ਕਿੰਨਾ ਕੰਮਾਂ ਦੇ ਵਿੱਚ ਅਜਾਈਂ ਗਵਾਉਂਦਾ ਹੈ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜੀਵਨ ਦਾ ਸਵਾਦ ਖਤਮ ਕਰ ਦਿੰਦੀਆਂ ਨੇ ਤੇ ਮਨੁੱਖ ਹੋਰਨਾਂ ਚੀਜ਼ਾਂ ਨੂੰ ਹੀ ਸਵਾਰਨ ਦੇ ਉੱਤੇ ਆਪਣੀ ਜ਼ਿੰਦਗੀ ਦਾ ਵਕਤ ਗੁਜ਼ਾਰ ਦਿੰਦਾ ਹੈ। ਤੋ ਬਾਬਾ ਜੀ ਨੇ ਫਰਮਾਇਆ, ਕਹਿਣ ਲੱਗੇ, ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿਤ। ਹੁਣ ਜਦੋਂ ਅਸੀਂ ਐਸੇ ਬਚਨ ਬਾਣੀ ਵਿੱਚੋਂ ਪੜ੍ਹਦੇ ਹਾਂ ਤੇ ਕਈ ਵਾਰ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ
कि हर कोई बाबा शेख फरीद साहब वर्गा तो नहीं ना हो सकता। साडे दादे ने घर बनाया, प्यो ने बनाया, उसनों सवारिया। वैसे एक विचारवान का कथन है कि कुछ मटीरीयल दे नाल असीं एक मकान खड़ा करते हैं, एक बिल्डिंग बनाते हाँ, जिस विच असीं परिवार सहित जे वसेबा करिए तो उन्होंने घर कहा जाए। फिर सारी उम्र उसनों सवारदियां साडी लंघ जाती है, उसनों भरदियां साडी उम्र गुजर जाती। मकान तो कुछ महीनों में बन के तैयार हो जाता, पर उन्होंने भरदियां ते सवारदियां साडी सारी हयाती ते उम्र लंघ जाती। साडे कल्चर विच खास तौर पर पंजाब दे विच एक विचारवान का कथन है कि घट्टो घट मनुख अपनी जिंदगी दे विच 2 या 3 घर जरूर बनाता है या बनते वेखदा। पहला बाप ने बनाया जदों असीं छोटे सां, जिस वेले असीं अपने पैरां सिर खड़े होए, साडी औलाद होई ते बापू दा मकान पुराना हो गया। उसका थोड़ा जिहा ढांचा सानू बदलना पिया, उसनूं ढा के उहदी जगह ते असीं दोबारा बनाया। जे साडी उम्र रहे ते जिस वेले असीं बजुर्ग होवांगे, बुढ़े होवांगे, साडी अगली पीढ़ी जवान हो जाएगी ते साडे बने हुए जिहड़े घर ने, मकान ने, वो उन्हां दे काम दे नहीं रहणगे। इस तरह असीं कुल 3 मकान तकरीबन 2 या 3 बार उसारी अपने घर दे विच मकानां दी तकरीबन वेखदे हैं। खैर ये तो एक उदाहरण, एक तजुर्बे की बात है। पर हुण जिस घर नूं असीं सवारदे हां, जे मनुख जीवन दीयां होर चीज़ां दा ख्याल छड्ड के हुण मनुख अपने जीवन विच मिठा बोलण दा गुण अपनाए ना, बर्दाश्त करन दा गुण ना अपनाए, धीरज ना रखे, संजम ना रखे, ते सारा जीवन सारा वक्त वो घर दीयां कंधां नूं ही सवारण दे उत्ते ला दै, ऐसे मनुख दी जिंदगी भी की जिंदगी है। वो जिहड़ा मकान है उसकी लोड़ है, वो मकान वो अपनी पाया मुताबक बनाउंदा है। किसी का सस्ता है, किसी का महंगा है, किसी का होर महंगा है, किसी का सब तो महंगा है। पर इसका मतलब ये नहीं भी केवल वो कंधा ही सारा कुछ ने जीवन दे विच। बाणी दे विच एक वाक है, मंदर मिट्टी संदड़े मैं पत्थर कीते रास जियो, हाँ इन्नी टोली भुली आस तिस कंत न बैठी पास जियो। कोई औरत अपने घर की बड़ी सफाई करती है, जरा जिन्नी रंचक मात्र मिट्टी, गंदगी, कूड़ा करकट कुछ भी अपने घर में पैण नहीं देंदी, खिलर नहीं देंदी। हुण हर वेले संगमरमर दीयां कंधां नूं सवारदी है, फर्श नूं साफ रखदी है, हर चीज नूं उसने पूरा थां टिकाणे सिर सुहप्पण दिता होया, सलीके नाल रखिया होया। उसनूं कंधां सवारण दा सलीका ते है, फर्श सवारण दा सलीका ते है, पर अपने पति नाल बोलण दी सोझी नहीं, अपने बच्चियां नाल चंगे ढंग नाल पेश आउण दी तहजीब नहीं, घर दे बुजुर्गां दी सेवा करन दा उसनूं जरा मासा भी ख्याल नहीं। हुण ऐसी औरत नूं तुसीं की आखोगे? एक उदाहरण मात्र है। ऐसे व्यक्ति नूं तुसीं की आखोगे जिहड़ा 24 घंटे संगमरमर नूं तां सवारदा है, फर्श ते सवारदा है, कंधां ते सवारदा है, महंगियां चीज़ां लिया के घर दे विच भरदा है, मकान वड्डा बना लैंदा है, पर जिस वेले उसने रोटी खानी होवे तो उहदे कोल भी कोई नहीं हुंदा। उसने हसना होवे तो किसी परिवार के जी नाल बह के हस नहीं सकता। दुख होवे तो अपना दुख दर्द जिहड़ा है वो परिवार के 4 जीआं नाल वंडा नहीं सकता। ऐसे मनुख की जिंदगी का मकसद की है? उसका सफर किस पासे हो रहा है? कि कदे मनुख ने सोचे? मैं अज पढ़ रहा सां कि यूरोप दे विच ऐसियां घटनावां भी वापरदियां ने भी मनुख इकल्ला रहिंदा है। वैसे सदियां तो बड़े लोग ने जिन्हां नूं इकल्लता, एकांत बड़ा पसंद है, तो इकल्ले रहना पसंद करते हैं। ते बहुतात लोग है इस करके इकल्ले रहना पसंद भी करते हैं भी उन्हां नूं दूसरे मनुख की टोका टाकी पसंद नहीं, या दूजे मनुख के प्रति वो जिम्मेवारी भी नहीं निभा सकते, इकल्ले रहिंदे ने। ते कई बार वो अपने घर विच कदों मर जाते हैं किसी नूं पता नहीं लगता। कईयां दी कई हफ्तियां बाद खबर निकलती है, जे कोई बहुता जानकार फोन कर ले ਜਾਂ किते चल के आ जाए तो उन्होंने पता लगता है कि उसने डोर नहीं खोलिया, फोन अटेंड नहीं किया, कोई गल ना हो गई होवे। कई ऐसे ने जिन्हां दा कॉन्टैक्ट ही किसी नाल नहीं।
ਕੋਈ ਤਾਲਮੇਲ ਹੀ ਨਹੀਂ। ਉਹਨਾਂ ਦਾ ਪਤਾ ਮਹੀਨਿਆਂ ਤੇ ਕਈਆਂ ਦਾ ਸਾਲਾਂ ਬਾਅਦ ਜਾ ਕੇ ਵੀ ਲੱਗਿਆ। ਐਸੀਆਂ ਵੀ ਘਟਨਾਵਾਂ ਵਾਪਰੀਆਂ। ਇਸ ਦਾ ਭਾਵ ਕੀ ਹੋਇਆ? ਹੁਣ ਉਹ ਮਨੁੱਖ ਹੱਸਦੇ ਕਿਸ ਨਾਲ ਹੋਣਗੇ? ਉਹਨਾਂ ਨੂੰ ਜੇ ਕੋਈ ਤਕਲੀਫ ਹੁੰਦੀ ਹੋਏਗੀ ਤੇ ਉਹ ਕਿਸ ਨਾਲ ਸਾਂਝੀ ਕਰਦੇ ਹੋਣਗੇ? ਉਹਨਾਂ ਦੀ ਜ਼ਿੰਦਗੀ ਦੀ ਇਕੱਲਤਾ ਦਾ ਕੀ ਕਾਰਨ ਹੋ ਸਕਦਾ ਹੈ? ਇਹ ਸਾਰੀਆਂ ਚੀਜ਼ਾਂ ਜਿਸ ਵੇਲੇ ਮਨੁੱਖ ਆਪਣੇ ਜੀਵਨ ਵਿੱਚ ਸੋਚਦਾ ਹੈ, ਕੋਈ ਦੌਲਤ ਰੱਜ ਕੇ ਇਕੱਠੀ ਕਰ ਲੈ, ਜੇ ਉਹ ਚੰਗੇ ਜਜ਼ਬਾਤਾਂ ਤੋਂ ਸਖਣਾ ਹੈ ਤਾਂ ਉਹ ਵੀ ਇੱਕ ਪੱਥਰ ਦੇ ਸਮਾਨ। ਉਹ ਉਵੇਂ ਹੀ ਹੈ ਜਿਵੇਂ ਕੰਧ ਦੇ ਉੱਤੇ ਕੋਈ ਸ਼ੋ ਪੀਸ ਲਟਕਿਆ ਹੋਣਾ। ਉਹ ਵੀ ਉਸ ਘਰ ਦੇ ਵਿੱਚ ਇੱਕ ਸ਼ੋ ਪੀਸ, ਇੱਕ ਚੀਜ਼ ਵਰਗਾ, ਇੱਕ ਵਸਤੂ ਵਰਗਾ। ਕਈ ਲੋਕਾਂ ਨੂੰ ਸੁਭਾਅ ਹੁੰਦਾ ਇਹਨੂੰ, ਪਰਿਵਾਰ ਘਰ ਦੇ ਵਿੱਚ ਬਹੁਤ ਵੱਡਾ ਘਰ ਬੰਗਲਾ ਹੋਵੇ, ਬਹੁਤ ਵੱਡਾ ਮਹਿਲ ਹੋਵੇ, ਉਹਦੇ ਚ ਬੜੇ ਸੋਹਣੇ ਸੋਹਣੇ ਸਟੈਚੂ ਲਿਆ ਕੇ ਰੱਖਣਗੇ। ਤੇ ਐਸੇ ਬੰਦੇ ਵਿੱਚ ਉਸ ਸਟੈਚੂ 'ਚ ਕੋਈ ਫਰਕ ਨਹੀਂ ਜਿਸ ਬੰਦੇ ਨੂੰ ਤਹਿਜੀਬ ਨਹੀਂ ਹੈ, ਜੀਵਨ ਜਿਉਣ ਦਾ ਢੰਗ ਨਹੀਂ ਹੈ। ਉਹ ਜਿਵੇਂ ਕੰਧਾਂ ਸਵਾਰਦਾ ਰਹਿੰਦਾ ਹੈ, ਫਰਸ਼ ਸਵਾਰਦਾ ਰਹਿੰਦਾ ਹੈ, ਘਰ ਦੇ ਕੋਨੇ ਸਵਾਰਦਾ ਰਹਿੰਦਾ ਹੈ, ਮਹਿੰਗੀਆਂ ਚੀਜ਼ਾਂ ਲਿਆ ਕੇ ਰੱਖਦਾ, ਉਹ ਵੀ ਇੱਕ ਚੀਜ਼ ਹੀ ਹੁੰਦਾ, ਕਿਉਂਕਿ ਉਹਦੇ ਅੰਦਰ ਦਾ ਜਜ਼ਬਾਤੀ ਇਨਸਾਨ ਤਾਂ ਕਦੋਂ ਦਾ ਮਰ ਮੁੱਕ ਗਿਆ, ਕਦੋਂ ਦਾ ਖਤਮ ਹੋ ਗਿਆ। ਉਹ ਇਹ ਨਹੀਂ ਵੇਖਦਾ ਵੀ ਮੇਰਾ ਜ਼ਿੰਦਗੀ ਦਾ ਜਿਹੜਾ ਸਫ਼ਰ ਉਹ ਕਿਸ ਪਾਸੇ ਜਾ ਰਿਹਾ, ਮੈਂ ਕਿਸ ਪੜਾਅ ਦੇ ਉੱਤੇ ਖੜਾ। ਤੋ ਗਰੀਬ ਨਵਾਜ ਸਤਿਗੁਰੂ ਮਹਾਰਾਜ ਨੇ ਇਸ ਕਰਕੇ ਫਰਮਾਇਆ, ਕਹਿਣ ਲੱਗੇ ਵੀ ਮੈਂ ਇਹ ਨਹੀਂ ਕਹਿੰਦਾ ਤੈਨੂੰ ਕਿ ਤੂੰ ਆਪਣਾ ਘਰ ਛੱਡ ਦੇ, ਜੇ ਤੇਰੇ ਕੋਲ ਮਹਿਲ ਹੈ ਤੇ ਤਿਆਗ ਦੇ, ਬਹੁਤ ਮਹਿੰਗਾ ਮਕਾਨ ਤੇਰੇ ਕੋਲ ਨਾ ਹੋਵੇ। ਇਸ ਗੱਲ ਦੀ ਤਾਂ ਮੈਂ ਮਨਾਹੀ ਕੀਤੀ ਨਹੀਂ। ਬਾਬਾ ਸ਼ੇਖ ਫਰੀਦ ਸਾਹਿਬ ਦਾ ਭਾਵ ਹੈ, ਏਤ ਨਾ ਲਾਏ ਚਿੱਤ, ਏਤ ਨਾ ਲਾਏ ਚਿੱਤ। ਬੰਦਾ ਬੱਸ ਦੇ ਵਿੱਚ ਸਫ਼ਰ ਕਰਦਾ ਹੈ ਤੇ ਸੀਟ ਉੱਤੇ ਬੈਠਾ ਹੈ, ਟਿਕਟ ਲਈ ਹੈ ਤੇ ਸਾਨੂੰ ਉਹਨਾਂ ਨੇ ਜਗ੍ਹਾ ਦਿੱਤੀ ਵੀ ਇੱਥੇ ਤੁਸੀਂ ਬੈਠ ਜਾਓ ਤੇ ਸਫ਼ਰ ਕਰੋ। ਹੁਣ ਜਿੱਥੇ ਸਾਡਾ ਮੁਕਾਮ ਆ ਜਾਏ, ਸਟੇਸ਼ਨ ਆ ਜਾਏ, ਜਿੱਥੇ ਅਸੀਂ ਉਤਰਨਾ, ਉੱਥੇ ਬੰਦਾ ਉਤਰੇ ਹੀ ਨਾ ਵੀ ਮੈਂ ਤਾਂ ਟਿਕਟ ਦਿੱਤੀ ਹੈ, ਇਹ ਸੀਟ ਮੇਰੀ। ਉਹ ਕਹੇਗਾ ਜੀ ਇਹ ਸਫ਼ਰ ਕਰਨ ਵਾਸਤੇ ਟਿਕਟ ਹੈ, ਮੱਲ ਮਾਰਨ ਵਾਸਤੇ ਨਹੀਂ। ਇਹ ਸੀਟ ਵੇਚੀ ਨਹੀਂ ਗਈ, ਇਹ ਸਫ਼ਰ ਕਰਨ ਵਾਸਤੇ ਤੁਹਾਨੂੰ ਕਿਰਾਏ ਤੇ ਦਿੱਤੀ ਗਈ, ਦਾ ਤੁਸੀਂ ਕਿਰਾਇਆ ਦਿੱਤਾ ਹੈ ਤੇ ਇੱਥੋਂ ਤੱਕ ਇਹਦਾ ਇੰਨਾ ਹੀ ਕਿਰਾਇਆ ਬਣ। ਜੇ ਤੁਹਾਨੂੰ ਬਹੁਤਾ ਸ਼ੌਂਕ ਹੈ ਤਾਂ ਤੁਸੀਂ ਕੋਈ ਚੰਗੀ ਚੇਅਰ ਲਓ ਤੇ ਆਪਣੇ ਘਰ ਵਿੱਚ ਉਸ ਉੱਤੇ ਬੈਠੋ, ਆਪਣੀ ਬੱਸ ਖਰੀਦ ਲਓ ਜੇ ਪੁੱਜ ਪੈਂਦੀ ਹੈ। ਪਰ ਇਹ ਨਹੀਂ ਹੋ ਸਕਦਾ। ਮਨੁੱਖ ਵੀ ਕਿਤੇ ਇਸ ਤਰ੍ਹਾਂ ਤੇ ਨਹੀਂ ਕਰਦਾ ਵੀ ਜੋ ਚੀਜ਼ ਉਸ ਨੂੰ ਵਰਤਣ ਵਾਸਤੇ ਜੀਵਨ ਵਿੱਚ, ਜੀਵਨ ਦੇ ਸਫ਼ਰ ਲਈ ਮਿਲੀ ਹੈ, ਉਹ ਉਸ ਤੋਂ ਉਤਰਨਾ ਹੀ ਨਹੀਂ ਚਾਹੁੰਦਾ, ਉਸ ਨੂੰ ਛੱਡਣਾ ਨਹੀਂ ਚਾਹੁੰਦਾ। ਪਰ ਕੁਦਰਤ ਛਡਾ ਲੈਂਦੀ। ਅਸੀਂ ਭਾਵੇਂ ਛੱਡਣਾ ਨਹੀਂ ਚਾਹੁੰਦੇ ਪਰ ਕਾਦਰ ਛਡਾ ਲੈਂਦਾ। ਉਹ ਕਹਿੰਦਾ ਨਹੀਂ, ਮੈਂ ਤੈਨੂੰ ਕਬਜ਼ਾ ਨਹੀਂ ਕਰਨ ਦਿਆਂਗਾ। ਬੜੇ ਆਏ, ਬੜੇ ਚਲੇ ਗਏ, ਤੇਰੇ ਵਾਂਗੂ ਸੋਚਦਿਆਂ ਹੋਇਆਂ, ਤੇਰੇ ਵਾਂਗੂ ਕਰਦਿਆਂ ਹੋਇਆਂ, ਪਰ ਮੈਂ ਹਰ ਇੱਕ ਨੂੰ ਇਸ ਸੀਟ ਤੋਂ ਉਠਾ ਕੇ ਛੱਡਿਆ। ਜਿਸ ਆਸਣ ਹਮ ਬੈਠੇ ਕੀਤੇ ਬੈਸ ਗਏ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਗੱਲ ਕਹੀ ਹੈ ਵੀ ਤਕਲੀਫ ਨਾ ਹੋਵੇ ਤੈਨੂੰ, ਇਸ ਕਰਕੇ ਏਤ ਨਾ ਲਾਏ ਚਿੱਤ। ਇਹ ਸਮਝ ਲਈ ਵੀ ਜੇ ਪੜਦਾਦੇ ਦਾ ਬਣਾਇਆ ਮਕਾਨ ਪੁਰਾਣਾ ਹੋਇਆ, ਖੰਡਰ ਹੋਇਆ, ਪਿਓ ਦਾ ਬਣਾਇਆ ਹੋਇਆ ਖੰਡਰ ਹੋਇਆ, ਤੇ ਤੇਰਾ ਵੀ ਖੰਡਰ ਹੋਏਗਾ। ਇਹਦੀ ਜਗ੍ਹਾ ਤੇ ਨਵੀਂ ਉਸਾਰੀ ਹੋਏਗੀ। ਇਹ ਸਦਾ ਨਹੀਂ ਰਹਿ ਸਕਦਾ। ਫਿਰ ਅੱਗੇ ਜਾ ਕੇ ਫਰਮਾਇਆ, ਕਹਿਣ ਲੱਗੇ ਮਿੱਟੀ ਪਈ ਅਤੁਲਵੀ। ਅਤੁਲਵੀ ਦਾ ਮਤਲਬ ਹੁੰਦਾ ਹੈ ਜਿਹੜੀ ਤੋਲ ਤੋਂ ਬਾਰੀ, ਭਾਵ ਬਹੁਤ ਸਾਰੀ, ਜਿਹਦਾ ਕੋਈ ਮਾਪ ਤੋਲ ਨਾ ਰੱਖੇ, ਹਿਸਾਬ ਕਿਤਾਬ ਨਾ ਰੱਖਿਆ ਜਾਏ। ਹੁਣ ਬਾਬਾ ਫਰੀਦ ਸਾਹਿਬ ਸਮਾਜ ਦੇ ਇਸ ਹਿੱਸੇ ਨਾਲ ਤਾਲੁਕ ਰੱਖਦੇ ਸਨ। ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਇਸਲਾਮੀ ਪਰਿਵਾਰ ਸੀ ਤੇ ਉਹਨਾਂ ਦੇ ਕਲਚਰ ਦੇ ਵਿੱਚ ਜਦੋਂ ਕੋਈ ਇਨਸਾਨ ਚਲਾਣਾ ਕਰ ਜਾਏ ਤੇ ਉਹਨੂੰ ਸੰਸਕਾਰਿਆ ਨਹੀਂ ਸੀ ਜਾਂਦਾ, ਉਸ ਨੂੰ ਦਫਨ ਕੀਤਾ ਜਾਂਦਾ ਸੀ ਕਬਰ ਵਿੱਚ। ਉਹਨੂੰ ਕਿਹਾ ਜਾਂਦਾ ਜ਼ਮੀਨ ਦੋਜ਼ ਕਰਨਾ। ਉਹਦੀ ਉਦਾਹਰਣ ਬਾਬਾ ਸ਼ੇਖ ਫਰੀਦ ਸਾਹਿਬ ਦਿੰਦੇ ਨੇ, ਕਹਿੰਦੇ ਨੇ ਵੀ ਪਤਾ ਨਹੀਂ ਤੇਰਾ ਸਰੀਰ ਜ਼ਮੀਨ ਦੇ ਵਿੱਚ ਟੋਆ ਪੁੱਟ ਕੇ ਨੱਪ ਦਿੱਤਾ ਜਾਣਾ, ਉੱਤੇ ਅਣਮਿਣਵੀਂ ਮਿੱਟੀ ਪਾ ਦੇਣੀ ਅਗਲਿਆਂ ਨੇ ਤੈਨੂੰ ਕੱਜਣ ਵਾਸਤੇ। ਇਹ ਸਰੀਰ ਨੂੰ ਜਿਹੜਾ ਮਹਿਲ ਮਾੜੀਆਂ ਦਾ ਗੁਮਾਨ ਕਰਦਾ ਹੈ, ਵੱਡੇ ਵੱਡੇ ਮਹਿਲਾਂ ਦਾ ਹੰਕਾਰ ਕਰਦਾ ਹੈ, ਕਈ ਵਾਰ ਤਾਂ ਅਸੀਂ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਵੜਨ ਨਹੀਂ ਦਿੰਦੇ, ਕਿ ਐਵੇਂ ਖਲਾਰਾ ਪਏਗਾ, ਛੱਡੋ ਪਰੇ। ਇਸ ਤਰ੍ਹਾਂ ਦੀ ਵੀ ਸੰਕੀਰਣਤਾ ਸਾਡੇ ਜੀਵਨ 'ਚ ਆ ਜਾਂਦੀ।
ਜਦੋਂ ਸਾਡੇ ਕੋਲ ਕੁਝ ਨਹੀਂ ਨਾ ਹੁੰਦਾ, ਅਸੀਂ ਦੌੜ ਕੇ ਆਪਣੇ ਅਮੀਰ ਰਿਸ਼ਤੇਦਾਰਾਂ ਘਰੇ ਜਾਣਾ ਚਾਹੁੰਦੇ ਹਾਂ, ਤੇ ਜਦੋਂ ਉਹ ਅਮੀਰੀ ਸਾਡੇ ਕੋਲ ਆ ਜਾਏ ਫਿਰ ਅਸੀਂ ਦਰਵਾਜ਼ੇ ਵੀ ਬੰਦ ਕਰਦੇ ਹਾਂ ਕਿ ਕੋਈ ਨਾ ਸਾਡੇ ਆ ਜਾਏ। ਡਿਸਟਰਬੈਂਸ ਹੁੰਦੀ ਹੈ। ਉਹ ਜਿਹੜੀ ਚੀਜ਼ ਹੈ ਉਹ ਫਿਰ ਗੁਰੂਰ ਸਾਡੇ ਵਿੱਚ ਵੀ ਆਉਂਦਾ। ਇਸ ਲਈ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਮਿੱਟੀ ਪਈ ਅਤੁੱਲ ਵੀ ਕੋਏ ਨਾ ਹੋਸੀ ਬਿੱਤ, ਅਖੀਰ ਵੇਲੇ ਇਹਨਾਂ ਮਹਿਲ ਮਾੜੀਆਂ ਚੋਂ ਤੇਰਾ ਕੋਈ ਮਿੱਤਰ ਨਹੀਂ ਹੋਏਗਾ। ਅਤੁੱਲ ਵੀ ਬੇਬਹਾ ਮਿੱਟੀ ਤੇਰੇ ਜਿਸਮ ਨੂੰ ਢੱਕ ਲਏਗੀ ਤੇ ਸਰੀਰ ਨੂੰ ਕੱਜ ਲਏਗੀ, ਯਾਨੀ ਕਿ ਇਹ ਓੜਕ ਨੂੰ ਇਹ ਹੋਣੀ ਹੈ ਤੇਰੀ, ਇਹ ਨਤੀਜਾ ਹੈ, ਇਹ ਵਾਪਰੇਗਾ। ਇਸ ਨੂੰ ਸਮਝ ਜਾਏਗਾ ਤੇ ਜੀਵਨ ਦਾ ਸਫ਼ਰ ਸਹਿਲਾ ਤੇ ਸੌਖਾ ਹੋਏਗਾ, ਤੰਗੀਆਂ ਤੁਰਸ਼ੀਆਂ ਤੋਂ ਰਹਿਤ ਹੋਏਗਾ। ਤੋ ਅਗਲੇਰੇ ਸ਼ਲੋਕ ਵਿੱਚ ਫਰਮਾਇਆ, ਕਹਿਣ ਲੱਗੇ ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿਤ ਧਰ, ਸਾਈ ਜਾਏ ਸੰਭਾਲ ਜਿਥੈ ਹੀ ਤੋ ਵੰਜਣਾ। ਮੰਡਪ ਆਪਾਂ ਸ਼ਾਮਿਆਨਿਆਂ ਨੂੰ ਕਹਿੰਦੇ ਆ। ਕਿਸੇ ਬਾਦਸ਼ਾਹ ਨੇ ਕਿਤੇ ਜਾਣਾ ਹੋਵੇ, ਉਹਦਾ ਬਣਿਆ ਬਣਾਇਆ ਆਰਜੀ ਜਿਹੜਾ ਘਰ ਹੈ, ਮਹਿਲ ਨੁਮਾ ਮੰਡਪ ਸ਼ਾਮਿਆਨਾ, ਉਹ ਨਾਲ ਹੀ ਜਾਂਦਾ। ਉਹ ਪਹਿਲੋਂ ਜਾ ਕੇ ਲੱਗ ਜਾਂਦਾ ਜਿੱਥੇ ਉਹਨੇ ਜਾ ਕੇ ਪੜਾ ਟਿਕਾਣਾ ਕਰਨਾ ਹੋਵੇ। ਜਿੰਨਾ ਮਹਿੰਗਾ ਸ਼ਾਮਿਆਨਾ ਉਹਦੀ ਹੈਸੀਅਤ ਦਾ ਪ੍ਰਤੀਕ ਹੁੰਦਾ। ਪੁਰਾਣੇ ਸਮੇਂ ਸਨ, ਜਿਸ ਨੇ ਹਾਥੀ ਰੱਖਿਆ ਹੋਇਆ ਉਹਦੀ ਹੈਸੀਅਤ ਦਾ ਪ੍ਰਤੀਕ ਸੀ ਵੀ ਬੜੀ ਉੱਚੀ ਹੈਸੀਅਤ ਦਾ ਆਦਮੀ ਹੈ। ਹਾਥੀਆਂ ਦੀਆਂ ਵੀ ਅੱਗੇ ਨਸਲਾਂ ਸਨ, ਘੋੜਿਆਂ ਦੀਆਂ ਵੀ ਨਸਲਾਂ ਸਨ। ਕਿਹੜੀ ਨਸਲ ਦਾ, ਕਿੰਨਾ ਮਹਿੰਗਾ ਤੇ ਵਧੀਆ ਨਸਲ ਦਾ ਘੋੜਾ ਹੈ, ਇਹਦੀ ਹੈਸੀਅਤ ਦਾ ਪ੍ਰਤੀਕ। ਔਰ ਐਸਾ ਵੀ ਵਾਪਰਦਾ ਸੀ ਵੀ ਕਿਸੇ ਰਾਜ ਵਿੱਚ, ਕਿਸੇ ਧਰਤੀ ਦੇ ਕਿਸੇ ਕੋਨੇ ਦੇ ਉੱਤੇ ਰਾਜ ਕਰਨ ਵਾਲਾ ਬਾਦਸ਼ਾਹ ਜਾਂ ਕੋਈ ਰਾਜਾ, ਕੋਈ ਚੌਧਰੀ, ਉਹਨੂੰ ਪਤਾ ਲੱਗ ਜਾਏ ਵੀ ਮੇਰੇ ਨਾਲੋਂ ਦੂਸਰੇ ਕੋਲ ਮਹਿੰਗਾ ਘੋੜਾ ਹੈ, ਤਾਂ ਉਹ ਸਮਝਦਾ ਸੀ ਵੀ ਹੈਸੀਅਤ ਤੇ ਉਹਦੀ ਵੱਡੀ ਹੋਈ। ਉਹ ਫਿਰ ਜ਼ਬਰਦਸਤੀ ਖੋਹਦਾ ਵੀ ਸੀ। ਐਸੀਆਂ ਲੜਾਈਆਂ ਦਾ ਵੀ ਜ਼ਿਕਰ ਆਉਂਦਾ ਇਤਿਹਾਸ ਦੇ ਅੰਦਰ। ਇਸ ਕਰਕੇ ਲੋਕ ਜਿਹੜੇ ਸਨ ਉਹ ਸ਼ਾਹੂਕਾਰਾਂ ਕੋਲ ਪੈਸਾ ਰੱਖਣ ਦੀ ਬਜਾਏ ਜ਼ਮੀਨ 'ਚ ਨੱਪ ਦਿੰਦੇ ਸਨ ਕਿ ਸ਼ਾਹੂਕਾਰ ਨੂੰ ਪਤਾ ਨਾ ਲੱਗੇ, ਚੌਧਰੀ ਨੂੰ, ਰਾਜੇ ਨੂੰ ਪਤਾ ਨਾ ਲੱਗੇ, ਨਹੀਂ ਤਾਂ ਲੁੱਟ ਲਏਗਾ। ਉਹ ਆਪਣੀ ਹੈਸੀਅਤ ਦੇ ਬਰਾਬਰ ਕਿਸੇ ਦੂਸਰੇ ਦੀ ਹੈਸੀਅਤ ਨੂੰ ਬਰਦਾਸ਼ਤ ਨਹੀਂ ਕਰੇ। ਮਨੁੱਖ ਅੱਜ ਵੀ ਤੇ ਇਸ ਤਰ੍ਹਾਂ ਕਰਦਾ ਹੈ। ਇਹ ਸਾਡੀ ਬਿਰਤੀ ਦੇ ਵਿੱਚ ਇਹ ਰੋਗ ਹੈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ, ਕਹਿਣ ਲੱਗੇ ਫਰੀਦਾ ਮੰਡਪ ਮਾਲ ਨਾ ਲਾਏ। ਮਾਲ ਦਾ ਮਤਲਬ ਹੈ ਦੌਲਤ, ਜਾਇਦਾਦ, ਕਿਸੇ ਵੀ ਕਿਸਮ ਦੀ ਦੌਲਤ ਸਾਡੇ ਕੋਲ ਹੋਵੇ, ਕਿਸੇ ਰੂਪ 'ਚ ਵੀ ਹੋ ਸਕਦੀ ਹੈ, ਸੋਨਾ, ਚਾਂਦੀ, ਹੀਰੇ, ਜਵਾਹਰਾਤ, ਜੋ ਕੁਝ ਵੀ, ਜਿਸ ਨੂੰ ਕੀਮਤੀ ਸਮਝਿਆ ਜਾਏ ਸਮਾਜ ਵਿੱਚ, ਸੁਸਾਇਟੀ ਵਿੱਚ, ਉਹੀ ਪਦਵੀ ਵੀ ਹੋ ਸਕਦੀ ਹੈ। ਇਹਦੇ ਨਾਲ ਇੰਨਾ ਵੀ ਗੂੜਾ ਨਾ ਜੁੜ ਪਈ ਇਹਨੂੰ ਛੱਡਣ ਲੱਗਿਆ ਫਿਰ ਤਕਲੀਫ ਹੋਏ। ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ। ਮਰਗ ਦਾ ਮਤਲਬ ਹੈ ਮੌਤ, ਸਤਾਣੀ ਮਤਲਬ ਤਾਕਤ ਵਾਲੀ। ਕਮਾਲ ਹੈ ਵੀ ਇੱਥੇ ਮੌਤ ਨੂੰ ਤਾਕਤਵਰ ਪਤਾ ਕਿਉਂ ਆਖਿਆ? ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਬਿਡਾਨੀ ਰੇ। ਉਹ ਭਿਖਾਰੀ ਨੂੰ ਵੀ ਅਰਥੀ 'ਚ ਬਦਲ ਦਿੰਦੀ ਹੈ ਤੇ ਰਾਜੇ ਨੂੰ ਵੀ ਅਰਥੀ 'ਚ ਬਦਲ ਦਿੰਦੀ। ਇੰਨਾ ਕੁ ਫਰਕ ਜ਼ਰੂਰ ਪੈ ਜਾਂਦਾ। ਕਿਸੇ ਜਗ੍ਹਾ ਤੇ ਕਿਸੇ ਦਾ ਜ਼ੋਰ ਚੱਲੇ ਤੇ ਅਮੀਰ ਦੀ ਕਬਰ ਦੇ ਉੱਤੇ ਥੋੜਾ ਪੱਥਰ ਮਹਿੰਗਾ ਲੱਗ ਜਾਂਦਾ ਹੈ, ਖਾਂਦੇ ਉਹਨੂੰ ਵੀ ਕੀੜੇ ਹੀ ਨੇ ਜ਼ਮੀਨ 'ਚ, ਜਾਂਦਾ ਉਹ ਵੀ ਖਾਕ 'ਚ ਹੀ ਹੈ। ਉਹ ਤਾਂ ਦੁਨੀਆ ਲਈ ਵਿਖਾਉਣ ਲਈ ਹੁੰਦਾ ਵੀ ਇੱਥੇ ਅਮੀਰ ਆਦਮੀ ਦਫਨ ਕੀਤਾ ਗਿਆ। ਬਾਦਸ਼ਾਹ ਨੇ ਤਾਜ ਮਹਿਲ ਬਣਾਇਆ ਮੁਮਤਾਜ ਬੇਗਮ ਦੀ ਯਾਦ ਵਿੱਚ, ਉਹਦੀ ਕਬਰ ਖੁਦਵਾਈ, ਬੜਾ ਸੁੰਦਰ ਮੰਦਿਰ ਬਣਾਇਆ ਤੇ ਆਪਣੀ ਕਬਰ ਦੀ ਜਗ੍ਹਾ ਨਾਲ ਰੱਖ ਲਈ। ਜਿਸ ਵੇਲੇ ਮੈਂ ਮਰਾਂ ਤੇ ਸੋਹਣੇ ਮੰਦਿਰ ਤੇ ਮਕਬਰੇ ਦੇ ਵਿੱਚ ਮੈਨੂੰ ਦਫਨ ਕੀਤਾ ਜਾਏ। ਪੁਰਾਣੇ ਬਾਦਸ਼ਾਹ ਜਿਹੜੇ ਸਨ ਉਹਨਾਂ ਦੇ ਦਿਮਾਗ ਵਿੱਚ ਕੀੜਾ ਰਹਿੰਦਾ ਸੀ ਵੀ ਸਾਰੀ ਉਮਰ ਮਹਿਲਾਂ ਵਿੱਚ ਜੀਵੇ ਆ, ਜਿਸ ਵੇਲੇ ਮਰੇ ਤੇ ਕਿਤੇ ਸਧਾਰਨ ਜਾਂ ਗੁੰਮਨਾਮ ਜੀ ਜਗ੍ਹਾ ਦੇ ਵਿੱਚ ਹੀ ਨਾ ਦਫਨ ਕਰ ਦੇਣ। ਉੱਥੇ ਵੀ ਹੈਸੀਅਤ ਰਹਿਣੀ ਚਾਹੀਦੀ ਹੈ, ਰਹਿੰਦੀ ਦੁਨੀਆ ਤੱਕ ਲੋਕ ਸਾਨੂੰ ਯਾਦ ਕਰਨ ਵੀ ਇਹ ਮਕਬਰਾ ਕਿਹਦਾ ਹੈ ਤੇ ਮਕਬਰਾ ਹੀ ਨਾ तो है तो मड़ी शमशान कब्रस्तान, पर सोहना इन्ना भी असीं उहनूं वेखण जांदे। किसे साध मुरादी कच्ची कबर नूं कोई वेखण जांदा? किसे नूं कहा जाए
ਵੀ ਆਓ ਤੁਹਾਨੂੰ ਸ਼ਮਸ਼ਾਨ ਘਾਟ ਵਿਖਾ ਲਿਆਈਏ, ਕਬਰਸਤਾਨ। ਉਹ ਕਹੇਗਾ ਜੀ ਮੇਰਾ ਉੱਤੇ ਕੀ ਕੰਮ ਹੈ, ਮੈਂ ਕਿਉਂ ਜਾਵਾਂ। ਪਰ ਸੰਗੇ ਮਰਮਰ ਦੇ ਨਾਲ, ਬੇਸ਼ਕੀਮਤੀ ਪੱਥਰਾਂ ਦੇ ਨਾਲ, ਸੋਹਣੀ ਬਣਾਵਟ ਦੇ ਨਾਲ ਕੱਜੀਆਂ ਹੋਈਆਂ ਦੋ ਕਬਰਾਂ ਹੀ ਤੇ ਵੇਖਣ ਜਾਂਦੇ ਹਾਂ ਅਸੀਂ। ਉਹ ਅਮੀਰਾਂ ਦੀਆਂ ਨੇ, ਬਸ ਉਹ ਬਿਲਡਿੰਗ ਸੋਹਣੀ ਹੈ, ਉਹਨੂੰ ਬਣਾਉਣ ਵਾਲੇ ਇੰਜੀਨੀਅਰ ਬਾ ਕਮਾਲ ਸਨ। ਕਿੰਨੇ ਗਰੀਬ ਲੋਕਾਂ ਦੀ ਦੌਲਤ ਜਿਹੜੀ ਉਹ ਮੜੀਆਂ ਦੇ ਉੱਤੇ ਥੱਪ ਦਿੱਤੀ ਗਈ। ਕਿੰਨਿਆਂ ਦੀ ਮਿਹਨਤ, ਜ਼ਿੰਦਗੀ ਦੇ ਕਿੰਨੇ ਦਹਾਕੇ ਤੇ ਸਾਲ ਉਹ ਮੜੀਆਂ ਖਾ ਗਈਆਂ ਨੇ ਉਹਨੂੰ ਸਵਾਰਨ ਦੇ ਉੱਤੇ। ਤੋ ਇੱਥੇ ਬਾਬਾ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ, ਕਹਿਣ ਲੱਗੇ ਸਤਾਣ ਵਾਲੀ ਹੈ। ਸਤਾਣੀ ਦਾ ਮਤਲਬ ਹੈ ਬੜੀ ਤਾਕਤਵਰ। ਮੌਤ ਜਿਹੜੀ ਹੈ ਬੜੀ ਤਾਕਤਵਰ, ਇਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲਦੀ, ਨਾ ਵਿਦਵਾਨ ਦੀ, ਨਾ ਭਿਖਾਰੀ ਦੀ, ਨਾ ਰਾਜੇ ਦੀ, ਨਾ ਕਿਸੇ ਬਹਾਦਰ ਯੋਧੇ ਦੀ, ਨਾ ਕਿਸੇ ਧਰਮੀ ਪੁਰਸ਼ ਦੀ, ਨਾ ਕਿਸੇ ਆਸਤਕ ਦੀ, ਨਾ ਕਿਸੇ ਨਾਸਤਕ ਦੀ। ਸਭ ਨੂੰ ਇੱਕ ਸਮਾਨ ਕਰ ਤੇ ਚਿੱਤ ਧਰ, ਇਹਨੂੰ ਚੇਤੇ ਚ ਰੱਖ। ਊੜਕ ਨੂੰ ਤੂੰ ਇਹਦੇ ਵਸ ਪਏਂਗਾ। ਸਾਈ ਜਾਏ ਸੰਭਾਲ। ਸਾਈ ਦਾ ਮਤਲਬ ਉਹੀ ਜਗ੍ਹਾ ਜਾ ਚੇਤੇ ਰੱਖ, ਚੇਤੇ ਵਿੱਚ ਰੱਖ ਇਸ ਗੱਲ ਨੂੰ, ਜਿੱਥੇ ਹੀ ਤੋਂ ਵੰਜ, ਜਿੱਥੇ ਤੂੰ ਜਾਣਾ ਚਾਹੁੰਦਾ। ਬੰਦਾ ਸਫ਼ਰ ਕਰ ਰਿਹਾ ਹੋਵੇ, ਉਹਨੂੰ ਬੰਦਾ ਪੁੱਛਦਾ ਨੇ ਜੀ ਕਿੱਥੇ ਜਾ ਰਿਹਾ, ਤੇ ਜੇ ਉਹਨੂੰ ਪਤਾ ਹੀ ਨਾ ਹੋਵੇ ਮੈਂ ਜਾਣਾ ਕਿੱਥੇ, ਤੇ ਅਸੀਂ ਕਹਾਂਗੇ ਗਵਾਚਿਆ ਬੰਦਾ, ਇਹਨੂੰ ਸਮਝ ਹੀ ਨਹੀਂ, ਤੁਰ ਰਿਹਾ, ਇਹਨੂੰ ਪਤਾ ਹੀ ਨਹੀਂ ਜਾਣਾ ਕਿੱਥੇ, ਮੇਰੀ ਮੰਜ਼ਿਲ ਮਕਸੂਦ ਕੀ ਹੈ। ਤੋਂ ਅੱਗੇ ਫਰਮਾਉਂਦੇ ਨੇ, ਫਰੀਦਾ ਜਿਨੀ ਕਮੀ ਨਾ ਹੈ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ, ਸਾਈਂ ਦੇ ਦਰਬਾਰ। ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਗੁਣ ਨਹੀਂ, ਕੋਈ ਫਲ ਨਹੀਂ, ਕੋਈ ਜੀਵਨ ਦਾ ਸਕੂਨ ਨਹੀਂ, ਉਹ ਭੈੜੇ ਕੰਮ ਤਿਆਗ ਦੇ, ਨਹੀਂ ਤਾਂ ਐਸੇ ਮੰਦੇ ਕਰਮ ਉਸ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਤੇਰੀ ਸ਼ਰਮਿੰਦਗੀ ਦਾ ਕਾਰਨ ਬਣਨਗੇ, ਤੇਰੀ ਲੱਜਾ ਦਾ ਕਾਰਨ ਬਣਨਗੇ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹ ਪਰਾਂਦ, ਦਰਵੇਸ਼ਾਂ ਨੂੰ ਲੋੜੀਐ, ਰੁੱਖਾਂ ਦੀ ਜੀਰਾਂਦ। ਤੇ ਉਪਦੇਸ਼ ਦਿੰਦੇ ਨੇ ਫਿਰ ਕਿਹੜਾ ਚੰਗਾ ਕੰਮ ਹੈ, ਕਰਨਾ ਕੀ ਚਾਹੀਦਾ। ਫਰੀਦਾ ਸਾਹਿਬ ਦੀ ਕਰ ਚਾਕਰੀ, ਆਪਣੇ ਆਪ ਨੂੰ ਰੱਬ ਦਾ ਸੇਵਕ ਮੰਨ ਕੇ ਜੀਵਨ ਜੀ। ਤੂੰ ਜਿਹੜਾ ਵੀ ਕਰਮ ਕਰੇ ਤੈਨੂੰ ਇਵੇਂ ਲੱਗੇ ਵੀ ਰੱਬ ਦੀ ਸੇਵਾ 'ਚ ਸਮਰਪਿਤ। ਤੇ ਸੇਵਾ ਉਹੀ ਹੁੰਦੀ ਹੈ ਜਿਹੜੀ ਮਾਲਕ ਨੂੰ ਕਬੂਲ ਹੋਵੇ। ਹੁਣ ਕੋਈ ਨੌਕਰ ਮਾਲਕ ਦੀ ਸੇਵਾ ਕਰਦਾ ਹੈ ਤੇ ਮਾਲਕ ਆਖੇ ਮੈਨੂੰ ਪਾਣੀ ਦਾ ਗਲਾਸ ਚਾਹੀਦਾ ਹੈ, ਤੇ ਉਹ ਬਾਹਰ ਬਗੀਚੇ ਨੂੰ ਪਾਣੀ ਪਾਉਣ ਚਲਿਆ ਜਾਏ, ਜਿਹੜਾ ਕੰਮ ਮਾਲਕ ਨੂੰ ਪਸੰਦ ਹੀ ਨਹੀਂ ਉਹ ਸੇਵਾ ਦੇ ਦਾਇਰੇ 'ਚ ਨਹੀਂ ਆਉਂਦਾ। ਤਾਂ ਹੀ ਮਹਾਰਾਜ ਨੇ ਬਾਣੀ 'ਚ ਕਿਹਾ ਨਾ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਤੇਰਾ ਮਨ ਨਹੀਂ, ਗੁਰੂ ਦਾ ਮਨ ਮੰਨਣਾ ਚਾਹੀਦਾ। ਸੇਵਾ ਤੂੰ ਗੁਰੂ ਦੀ ਕਰਨੀ, ਆਪਣੀ ਨਹੀਂ। ਪਰ ਅਸੀਂ ਕੰਮ ਉਹ ਕਰਦੇ ਜਿਹੜਾ ਸਾਨੂੰ ਚੰਗਾ ਲੱਗੇ ਤੇ ਕਹਿ ਦਿੰਦੇ ਆ ਵੀ ਗੁਰੂ ਦੀ ਸੇਵਾ ਹੈ। ਮਰਜ਼ੀ ਸਾਡੀ ਹੁੰਦੀ ਹੈ, ਚੰਗਾ ਸਾਨੂੰ ਲੱਗਦਾ ਹੈ। ਗੁਰੂ ਨੂੰ ਤਾਂ ਅਸੀਂ ਜਾਣਦੇ ਨਹੀਂ ਵੀ ਗੁਰੂ ਨੂੰ ਵੀ ਚੰਗਾ ਲੱਗਦਾ ਕਿ ਨਹੀਂ ਲੱਗਦਾ। ਤੋ ਜਿਹੜਾ ਕੰਮ ਮਾਲਕ ਨੂੰ ਭਾਉਂਦਾ ਹੀ ਨਹੀਂ, ਉਹ ਕੰਮ ਕਰਨ ਵਾਲਾ ਨੌਕਰ ਮਾਲਕ ਦੀ ਦ੍ਰਿਸ਼ਟੀ ਦੇ ਵਿੱਚ, ਮਾਲਕ ਦੀ ਨਜ਼ਰ ਦੇ ਵਿੱਚ ਕਿਵੇਂ ਸੁਚੱਜਾ ਤੇ ਚੰਗਾ ਮੰਨਿਆ ਜਾ ਸਕਦਾ, ਸਲੀਕੇ ਵਾਲਾ ਮੰਨਿਆ ਜਾ ਸਕਦਾ? ਕਤਈ ਨਹੀਂ। ਤੋ ਫਰਮਾਇਆ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹ ਭਰਾਂਦ। ਤੇ ਸੇਵਾ ਜਿਹੜੀ, ਚਾਕਰੀ ਜਿਹੜੀ, ਉਹ ਤਾਂ ਹੋਣੀ ਹੈ ਜੇ ਤੇਰੇ ਅੰਦਰੋਂ ਭਟਕਣਾ, ਇੱਧਰ ਉੱਧਰ ਦਾ ਖਿਆਲ, ਸੱਜੇ ਖੱਬੇ ਦੀ ਜਿਹੜੀ ਭਟਕਣਾ ਹੈ ਉਹ ਮੁੱਕ ਜਾਏ। ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ। ਦਰਵੇਸ਼ ਫਕੀਰ ਪੁਰਖ ਨੂੰ ਚਾਹੀਦਾ ਹੈ ਉਹ ਰੁੱਖਾਂ ਵਰਗੀ ਜਿਰਾਂਦ, ਸਹਿਣਸ਼ੀਲਤਾ ਰੱਖੇ। ਫਲਦਾਰ ਬੂਟੇ ਨੂੰ ਪੱਥਰ ਮਾਰਦੇ ਨੇ ਲੋਕ ਤੇ ਉਹਦੇ ਤੋਂ ਫਲ ਝੜਦਾ ਹੈ। ਇਹੋ ਜੀ ਜਿਰਾਂਦ, ਇਹੋ ਜਿਹਾ ਟਿਕਾਓ ਤੇਰੇ ਅੰਦਰ ਹੋਵੇ, ਇਹੋ ਜੀ ਸਹਿਣਸ਼ੀਲਤਾ, ਇਹੋ ਜੀ ਧੀਰਜ ਤੇਰੇ ਹੋਵੇ। ਧੀਰਜ ਤੋਂ ਬਿਨਾਂ ਸੇਵਾ ਦਾ ਕੋਈ ਅਰਥ ਨਹੀਂ ਹੁੰਦਾ। ਸਤਿਗੁਰੂ ਮਿਹਰ ਕਰਨ ਨੇ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।